Hi guys, this is Harpreet Singh. Welcome back to the channel Mr. Singh Education. Welcome to the Indian polity classes for all the competitive exams. Guys, here you get political notes which are very helpful for your competitive exams. So guys, ਆਪਾਂ ਲਾਸਟ ਕਲਾਸ ਵਿੱਚ ਕਰ ਰਹੇ ਸੀ ਸੇਲੀਐਂਟ ਫੀਚਰ ਆਫ ਇੰਡੀਅਨ ਕਨਸਟੀਟਿਊਸ਼ਨ। ਸੇਲੀਐਂਟ ਫੀਚਰਸ ਬਾਰੇ ਆਪਾਂ ਗੱਲ ਕੀਤੀ ਸੀ। ਸੇਲੀਐਂਟ ਫੀਚਰ ਮਤਲਬ ਕਿ ਆਪਣੇ ਸੰਵਿਧਾਨ ਦੇ ਪ੍ਰਮੁੱਖ ਤੱਤਾਂ ਬਾਰੇ ਗੱਲ ਕਰ ਰਹੇ ਸੀ। ਤਾਂ ਲਾਸਟ ਕਲਾਸ ਵਿੱਚ ਆਪਾਂ ਕੀ ਹੈ ਚਾਰ ਪ੍ਰਮੁੱਖ ਤੱਤ ਕੀਤੇ ਸੀ। ਉਸ ਤੋਂ ਪਹਿਲਾਂ ਆਪਾਂ ਕੀ ਗੱਲ ਕੀਤੀ ਸੀ ਵੀ ਆਪਣਾ ਸੰਵਿਧਾਨ ਜਿਹੜਾ ਹੈਗਾ ਭਾਰਤੀ ਸੰਵਿਧਾਨ ਹੈਗਾ ਪੂਰੀ ਦੁਨੀਆ ਦੇ ਵਿੱਚੋਂ ਕਿਵੇਂ ਯੂਨੀਕ ਹੈਗਾ, ਕਿਵੇਂ ਵੱਖਰਾ ਹੈਗਾ। ਤੇ ਫਿਰ ਆਪਾਂ ਕੀ ਚਾਰ ਜਿਹੜੇ ਹੈਗੇ ਨੇ ਫੀਚਰਸ ਬਾਰੇ ਗੱਲ ਕੀਤੀ ਸੀ। ਰਿਟਨ ਕਨਸਟੀਟਿਊਸ਼ਨ, ਫੈਡਰਲ ਸਿਸਟਮ, ਫੈਡਰਲ ਯੂਨਿਟਰੀ ਬਾਇਓ ਸਿਸਟਮ ਐਕਸੈਕਟਰਾ। ਇਹ ਆਪਾਂ ਕੀ ਗੱਲ ਕੀਤੀ ਸੀ। ਆਈ ਹੋਪ ਗਾਈਜ਼ ਤੁਹਾਨੂੰ ਜਿਹੜਾ ਹੈਗਾ ਲਾਸਟ ਲੈਕਚਰ ਸਹੀ ਤਰ੍ਹਾਂ ਸਮਝ ਲੱਗ ਗਿਆ ਹੋਏਗਾ। ਜੇ ਫਿਰ ਵੀ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਡਾਊਟ ਹੈਗਾ, ਕੋਈ ਵੀ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਹੈਗੀ ਹੈ ਤਾਂ ਤੁਸੀਂ ਕੀ ਜਿਹੜਾ ਹੈਗਾ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਹੋ। ਤਾਂ ਅੱਜ ਆਪਾਂ ਕੀ ਹੈ ਫਿਫਥ ਫੀਚਰ ਬਾਰੇ ਗੱਲ ਕਰਦੇ ਆ। ਪੰਜਵੇਂ ਫੀਚਰ ਬਾਰੇ ਆਪਾਂ ਗੱਲ ਕਰਾਂਗੇ। ਤਾਂ ਪੰਜਵਾਂ ਫੀਚਰ ਕੀ ਗੱਲ ਕਰਦਾ ਹੈ, ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ, ਸੰਸਦੀ ਸ਼ਾਸਨ ਪ੍ਰਣਾਲੀ ਬਾਰੇ ਗੱਲ ਕਰਦਾ ਹੈ। ਆਪਣਾ ਦੇਸ਼ ਦੇ ਵਿੱਚ ਕੀ ਸੰਸਦੀ ਸ਼ਾਸਨ ਪ੍ਰਣਾਲੀ ਹੈ, ਕੀ ਗੱਲ ਕਰ ਰਹੇ ਨੇ। ਦ ਕਨਸਟੀਟਿਊਸ਼ਨ ਆਫ ਇੰਡੀਆ ਹੈਜ਼ ਆਪਟਡ ਫॉर ਦ ਬ੍ਰਿਟਿਸ਼ ਪਾਰਲੀਮੈਂਟਰੀ ਸਿਸਟਮ ਆਫ ਗਵਰਨਮੈਂਟ ਰੈਦਰ ਦੈਨ ਅਮਰੀਕਨ ਪ੍ਰੈਜ਼ੀਡੈਂਸ਼ੀਅਲ ਸਿਸਟਮ ਆਫ ਗਵਰਨਮੈਂਟ। ਮਤਲਬ ਕੀ ਆ ਆਪਣੇ ਸੰਵਿਧਾਨ ਨੇ ਮਤਲਬ ਆਪਣੇ ਜਿਹੜੇ ਭਾਰਤੀ ਸੰਵਿਧਾਨ ਨੇ ਕੀ ਹੈ ਜਿਹੜਾ ਹੈਗਾ ਬ੍ਰਿਟਿਸ਼ ਪਾਰਲੀਮੈਂਟਰੀ ਸਿਸਟਮ ਨੂੰ ਅਡੋਪਟ ਕੀਤਾ ਹੈ। ਕਿ ਆਪਣੇ ਸੰਵਿਧਾਨ ਦੇ ਵਿੱਚ ਆਪਣੇ ਦੇਸ਼ ਦੇ ਵਿੱਚ ਕੀ ਹੈ ਬ੍ਰਿਟਿਸ਼ ਪਾਰਲੀਮੈਂਟਰੀ, ਜਿਵੇਂ ਉੱਥੇ ਪਾਰਲੀਮੈਂਟਰੀ ਸਿਸਟਮ ਹੈਗਾ ਨਾ, ਆਪਣੇ ਦੇਸ਼ ਵਿੱਚ ਕੀ ਹੈ ਪਾਰਲੀਮੈਂਟਰੀ ਸਿਸਟਮ ਹੋਏਗਾ, ਸੰਸਦੀ ਸ਼ਾਸਨ ਪ੍ਰਣਾਲੀ ਹੋਏਗੀ। ਸੰਸਦ ਹੋਏਗੀ, ਉਹਦੇ ਜਿਹੜੇ ਹੈਗੇ ਸਦਨ ਹੋਣਗੇ, ਦੋ ਸਦਨ ਹੋਣਗੇ, ਅੱਪਰ ਹਾਊਸ ਹੋਏਗਾ, ਲੋਅਰ ਹਾਊਸ ਹੋਏਗਾ, ਅਤੇ ਪ੍ਰਾਈਮ ਮਿਨਿਸਟਰ ਹੋਣਗੇ। ਉਹਨਾਂ ਦੀ ਪੋਸਟ ਜਿਹੜੀ ਹੈਗੀ ਨੇ ਉਹਨਾਂ ਨੂੰ ਕੀ ਹੈ ਉਸ ਤਰ੍ਹਾਂ ਸੈਟਲ ਕੀਤਾ ਹੈ। ਮਤਲਬ ਕੀ ਹੈ ਜਿਹੜਾ ਹੈਗਾ ਭਾਰਤ ਨੇ ਕੀ ਹੈ ਸੰਸਦੀ ਸ਼ਾਸਨ ਪ੍ਰਣਾਲੀ ਨੂੰ ਤਰਜੀਹ ਦਿੱਤੀ। ਅਮਰੀਕਨ ਕਨਸਟੀਟਿਊਸ਼ਨ ਹੈਗਾ, ਅਮਰੀਕਨ ਕਨਸਟੀਟਿਊਸ਼ਨ ਕੀ ਹੈ ਪ੍ਰੈਜ਼ੀਡੈਂਸ਼ੀਅਲ ਸਿਸਟਮ, ਜਿੱਥੇ ਕਿ ਆਪਣਾ ਮਤਲਬ ਦੇਸ਼ ਦਾ ਅਤੇ ਸਰਕਾਰ ਦਾ ਮੁਖੀ ਕੌਣ ਹੁੰਦਾ, ਉਹ ਹੁੰਦਾ ਪ੍ਰੈਜ਼ੀਡੈਂਟ ਹੁੰਦਾ, ਰਾਸ਼ਟਰਪਤੀ ਹੁੰਦਾ। ਬਟ ਆਪਣੇ ਇੱਥੇ ਕੀ ਹੈ ਦੇਸ਼ ਦਾ ਮੁਖੀ ਕੌਣ ਹੈਗਾ, ਰਾਸ਼ਟਰਪਤੀ ਹੈਗਾ। ਪਰ ਆਪਣੇ ਜਿਹੜਾ ਸਰਕਾਰ ਦਾ ਮੁਖੀ ਹੁੰਦਾ ਉਹ ਕੌਣ ਹੁੰਦਾ, ਪ੍ਰਧਾਨ ਮੰਤਰੀ ਹੁੰਦਾ। ਆਈ ਹੋਪ ਗਾਈਜ਼ ਤੁਹਾਨੂੰ ਇਹਨਾਂ ਸਮਝ ਲੱਗ ਹੋਏਗਾ। ਤਾਂ ਗੱਲ ਕਰਦੇ ਹਾਂ ਪੁਆਇੰਟਸ ਦੀ। Parliamentary system is based on the principle of cooperation and coordination between the legislative and executive organs। ਹੁਣ ਗੱਲ ਕਰ ਰਹੇ ਨੇ ਵੀ ਪਾਰਲੀਮੈਂਟਰੀ ਸਿਸਟਮ ਜਿਹੜਾ ਆਪਣੀ ਸੰਸਦ ਦੀ ਸ਼ਾਸਨ ਪ੍ਰਣਾਲੀ ਹੈਗੀ ਹੈ ਇਹ ਕਿਹਦੇ ਤੇ ਬੇਸਡ ਹੈ, ਕਿਸ ਸਿਧਾਂਤ ਤੇ ਬੇਸ ਕੀਤੀ ਹੈ ਵੀ ਲੈਜਿਸਲੇਟਿਵ ਤੇ ਐਗਜ਼ੈਕਟਿਵ ਦੋ ਬੋਡੀਜ਼ ਹੈਗੇ ਨੇ। ਲੈਜਿਸਲੇਚਰ ਦਾ ਮਤਲਬ ਹੁੰਦਾ ਵਿਧਾਨ ਸਭਾ ਜਿਹੜੀ ਹੋਗੀ, ਠੀਕ ਹੈ। ਤੇ ਜਿਹੜੇ ਐਗਜ਼ੈਕਟਿਵ ਹੈਗੀ, ਐਗਜ਼ੈਕਟਿਵ ਮਤਲਬ ਕਿ ਐਗਜ਼ੈਕਟਿਵ ਆਰਗਨ ਮਤਲਬ ਕਿ ਜਿਹੜੀ ਕਾਰਜਪਾਲਿਕਾ ਹੈਗੀ, ਕਾਰਜਪਾਲਿਕਾ ਤੇ ਵਿਧਾਨਪਾਲਿਕਾ ਦੋਨੋਂ ਕੀ ਹੈ ਕੋਆਰਡੀਨੇਟ ਕਰਨਗੇ। ਮਤਲਬ ਕਿ ਇੱਕ ਦੂਜੇ ਦੇ ਸਹਿਯੋਗ ਨਾਲ ਕੀ ਹੈ ਆਪਣੇ ਦੇਸ਼ ਨੂੰ ਕੀ ਚਲਾਉਣਗੇ। ਉਹਨਾਂ ਦੇ ਵਿੱਚ ਜੋ ਵੀ ਕਾਨੂੰਨ ਬਣਨਾ ਹੈ, ਜੋ ਵੀ ਕੋਈ ਅਮੈਂਡਮੈਂਟ ਕਰਨੀ ਸੰਵਿਧਾਨ ਦੇ ਵਿੱਚ, ਉਹ ਕੀ ਹੈ ਇੱਕ ਦੂਜੇ ਨਾਲ ਕੀ ਕੋਆਰਡੀਨੇਟ ਕਰਨਗੇ, ਇੱਕ ਦੂਜੇ ਦਾ ਸਹਿਯੋਗ ਦੇਣਗੇ। ਅੱਗੇ ਕੀ ਗੱਲ ਕਰ ਰਹੇ ਹਾਂ, ਦ ਕੰਸਟੀਟਿਊਸ਼ਨ ਐਸਟੈਬਲਿਸ਼ਿਜ਼ ਦ ਪਾਰਲੀਮੈਂਟਰੀ ਸਿਸਟਮ ਨਾਟ ਓਨਲੀ ਐਟ ਦ ਸੈਂਟਰ ਬਟ ਆਲਸੋ ਐਟ ਇਨ ਦ ਸਟੇਟਸ। ਹੁਣ ਕੀ ਹੈ ਵੀ ਕੰਸਟੀਟਿਊਸ਼ਨ ਨੇ ਕੀ ਐਸਟੈਬਲਿਸ਼ ਕੀਤਾ ਪਾਰਲੀਮੈਂਟਰੀ ਸਿਸਟਮ ਨੂੰ ਇਕੱਲਾ ਦੇਸ਼ ਦੇ ਜਿਹੜੇ ਸੈਂਟਰ 'ਤੇ ਹੀ ਨਹੀਂ, ਸੈਂਟਰ ਦੇ ਵਿੱਚ ਹੀ ਨਹੀਂ, ਹਾਲਾਂਕਿ ਜਿਹੜਾ ਹੈਗਾ ਸਟੇਟਸ ਦੇ ਵਿੱਚ ਵੀ ਕੀ ਹੈ ਜਿਹੜਾ ਹੈਗਾ ਸੰਸਦੀ, ਮਤਲਬ ਕਿ ਦੇਸ਼ ਦੇ ਸਟੇਟਸ ਦੇ ਵਿੱਚ ਵੀ ਕੀ ਹੈਗਾ ਸੈਂਟਰ ਦੇ ਵਿੱਚ ਹੈਗਾ ਸੰਸਦ ਹੈਗੀ। ਸੰਸਦ ਦੇ ਦੋ ਸਦਨ ਹੈਗੇ ਨੇ, ਲੋਕ ਸਭਾ, ਰਾਜ ਸਭਾ। ਐਵੇਂ ਕੀ ਜਿਹੜਾ ਹੈਗਾ ਸਟੇਟਸ ਜਿਹੜੀ ਹੈਗੇ ਨੇ ਰਾਜ ਹੈਗੇ ਨੇ, ਰਾਜਾਂ ਦੀ ਜਿਹੜੀ ਵਿਧਾਨ ਸਭਾ ਹੋਏਗੀ ਅਤੇ ਵਿਧਾਨ ਪਰਿਸ਼ਦ ਹੋਏਗੀ। ਉਹ ਕੀ ਹੈ ਵੀ ਜਿਸ ਤਰ੍ਹਾਂ ਡਿਮਾਂਡ ਹੋਏਗੀ ਸਟੇਟ ਦੀ ਉਸ ਤਰ੍ਹਾਂ ਕੀ ਹੈ ਕਿਸੇ ਦੇ ਇੱਕ ਸਦਨ ਹੈਗਾ ਕਿਸੇ ਸਟੇਟ ਦੇ ਜਿੱਥੇ ਜ਼ਿਆਦਾ ਵਰਕ ਹੈਗਾ ਉੱਥੇ ਕਿ ਦੋ ਜਿਹੜੇ ਹੈਗੇ ਨੇ ਉਹਨਾਂ ਦੇ ਹਾਊਸ ਹੁੰਦੇ ਨੇ। ਅੱਗੇ ਨੈਕਸਟ ਗੱਲ ਕਰਦੇ ਆ ਦਾ ਫੀਚਰਸ ਆਫ ਪਾਰਲੀਮੈਂਟਰੀ ਗਵਰਨਮੈਂਟ ਇਨ ਇੰਡੀਆ। ਹੁਣ ਕੀ ਆਪਾਂ ਪਾਰਲੀਮੈਂਟਰੀ ਗਵਰਨਮੈਂਟ ਕਿਵੇਂ ਹੈਗੀ ਭਾਰਤ ਦੇ ਵਿੱਚ ਕਿਵੇਂ ਹੈਗੀ ਉਹਦੇ ਬਾਰੇ ਆਪਾਂ ਉਹਦੇ ਫੀਚਰਸ ਬਾਰੇ ਗੱਲ ਕਰ ਲੈਣ, ਉਹਨਾਂ ਦੇ ਕੀ ਫੀਚਰਸ ਹੈਗੇ ਨੇ। ਤਾਂ ਸਭ ਤੋਂ ਪਹਿਲਾ ਫੀਚਰ ਹੈਗਾ ਪ੍ਰੀਸੈਂਸ ਆਫ ਨੋਮੀਨਲ ਐਂਡ ਰੀਅਲ ਐਗਜ਼ੈਕਟਿਵਸ। ਹੁਣ ਕੀ ਹੈ ਆਪਣੇ ਕੀ ਹੈ ਦੇਸ਼ ਦੇ ਵਿੱਚ ਕੀ ਹੈ ਦੋ ਤਰ੍ਹਾਂ ਦੇ ਮੈਂਬਰ ਹੁੰਦੇ ਨੇ, ਲੋਕ ਸਭਾ ਰਾਜ ਸਭਾ ਦੇ ਮੈਂਬਰ ਕੀ ਹੈਗੇ ਨੇ ਚੁਣੇ ਹੋਏ ਵੀ ਹੁੰਦੇ ਨੇ ਅਤੇ ਜਿਹੜੇ ਨੋਮੀਨੇਟ ਵੀ ਕੀਤੇ ਹੁੰਦੇ ਨੇ। ਨੋਮੀਨੇਟ ਕੌਣ ਕਰਦਾ, ਰਾਸ਼ਟਰਪਤੀ ਕਰਦਾ। ਉਹਨਾਂ ਨੂੰ ਕੀ ਸਿੱਧੇ ਤੌਰ 'ਤੇ ਜਿਹੜਾ ਅਪੋਇੰਟ ਕੀਤਾ ਜਾਂਦਾ, ਠੀਕ ਹੈ। ਹੁਣ ਕੀ ਹੈ ਜਿਹੜਾ ਹੈਗਾ ਨਾ ਆਪਣੇ ਦੇਸ਼ ਦੇ ਵਿੱਚ ਵੀ ਇੱਦਾਂ ਹੀ ਹੈ। ਆਪਣੇ ਦੇਸ਼ ਦੀ ਜਿਹੜੀ ਹੈ ਪਾਰਲੀਮੈਂਟਰੀ ਗਵਰਨਮੈਂਟ ਦੇ ਵਿੱਚ ਕੀ ਸਭ ਤੋਂ ਪਹਿਲਾ ਫੀਚਰ ਹੈਗਾ ਵੀ ਜਿਹੜੇ ਹੈਗੇ ਨੇ ਕੁਝ ਮੈਂਬਰਸ ਜਿਹੜੇ ਹੈਗੇ ਨੇ ਉਹ ਕੀ ਸਿੱਧੇ ਤੌਰ 'ਤੇ ਲੋਕਾਂ ਦੁਆਰਾ ਚੁਣੇ ਜਾਣਗੇ। ਜਿਹੜੇ ਰੀਅਲ ਐਗਜ਼ੈਕਟਿਵਸ ਹੈਗੇ ਨੇ ਤਾਂ ਨੋਮੀਨਲ ਮਤਲਬ ਕਿ ਜਿਹੜਾ ਕਿ ਰਾਸ਼ਟਰਪਤੀ ਉਹਨਾਂ ਦੀ ਕਿਸੇ ਨਾ ਕਿਸੇ ਮਹਾਰਤ ਕਰਕੇ, ਮਤਲਬ ਉਹ ਕਿਸੇ ਨਾ ਕਿਸੇ ਕੰਮ ਦੇ ਵਿੱਚ ਬਹੁਤ ਵਧੀਆ ਕੰਮ ਕਰ ਰਹੇ ਨੇ, ਕਿਸੇ ਵੀ ਫੀਲਡ ਦੇ ਵਿੱਚ ਉਹਨਾਂ ਨੂੰ ਕੀ ਜਿਹੜਾ ਹੈਗਾ ਉਹਨਾਂ ਦੇ ਵਾਸਤੇ ਜਿਹੜਾ ਹੈਗਾ ਚੁਣਿਆ ਜਾਂਦਾ ਹੈ। ਸੈਕਿੰਡ ਕੀ ਹੈਗਾ ਮੈਜੋਰਟੀ ਪਾਰਟੀ ਰੂਲ। ਆਪਣੇ ਭਾਰਤ ਦੇ ਵਿੱਚ ਕੀ ਹੈ ਮੈਜੋਰਟੀ ਪਾਰਟੀ ਰੂਲ ਹੀ ਹੁੰਦਾ ਨਾ। ਮੈਜੋਰਟੀ ਕੀ ਹੁੰਦਾ ਬਹੁਮਤ, ਮੈਜੋਰਟੀ ਨੂੰ ਪੰਜਾਬੀ ਵਿੱਚ ਬਹੁਮਤ ਕਹਿੰਦੇ ਨੇ। ਬਹੁਮਤ ਉਹਨੂੰ ਜਿਹੜੀ ਮਿਲਦੀ ਹੈ ਜਿਹੜਾ 50% ਪਲੱਸ ਜਿਹੜਾ 1 ਪੁਆਇੰਟ ਵੀ ਪਲੱਸ ਹੋ ਗਿਆ ਨਾ ਤਾਂ ਉਹਨੂੰ ਕੀ ਆਪਾਂ ਕਹਾਂਗੇ ਬਹੁਮਤ ਦੇ ਵਿੱਚ ਉਹ ਸਰਕਾਰ ਹੋਏਗੀ।
थर्ड हैगी कलैक्टिव रिस्पोंसिबिलिटी ऑफ द एग्जैक्टिव टू द लैजिसलेचर। हुण की विधान सभा नूं जिहड़ा हैगा कलैक्टिव रिस्पोंसिबिलिटी होएगी किंदी एग्जैक्टिव दी, मतलब कि मंत्रीमंडल जिहड़ा हैगा ना वो सीधे तौर पर जिहड़ा जवाब देगा किनू विधान सभा नूं। जेकर कोई ना कोई जिहड़ा मिस हैपनिंग होंदी है देश दे विच किसी भी कानून बनाने करके या फिर कोई भी जिहड़ी है तो सरकार जिहड़ी है जवाब देगी है किनू विधान सभा, मतलब संसद नूं जिहड़ा हैगा जवाब देगी है। संसद उन्हां कोल क्वेश्चन पूछ सकदी है होया तो क्यों होया तो इहदा जिहड़ा हैगा भुगतान कौन करेगा। अगे गल करते हैं अपना फोर्थ फीचर जिहड़ा हैगा, फोर्थ इन द फीचर है पार्लीमेंट्री गवर्नमेंट दा मैंबरशिप ऑफ द मिनिस्टर्स इन द लैजिसलेचर। अपने जिहड़े मैंबर्स हैगे ने वो की हुण जिहड़े हैगे मैंबरशिप उन्हां नूं दित्ती जांदी मिनिस्टर्स नूं लैजिसलेचर दे विच। लैजिसलेचर दे जिहड़े MPs हुंदे ने चुने जांदे ने उन्हां नूं की जिहड़ा हैगा अगे जिहड़ा हैगा उन्हां दी मुहारत दे बेस ते उन्हां की मिनिस्टर जिहड़ा बनाया जांदा है, मतलब कि उन्हां मिनिस्टर जिहड़ा बना दित्ता जांदा है किसी भी फील्ड दा, एजुकेशन मिनिस्टर जां फिर कि रेल मिनिस्टर जां कोई होर भी उन्हां नूं फील्ड्स दित्तियां जा सकदियां ने। अगे गल करते हैं लीडरशिप ऑफ द प्राइम मिनिस्टर और द चीफ मिनिस्टर। लीडरशिप ऑफ प्राइम मिनिस्टर एंड चीफ मिनिस्टर जिहड़ी हैगी है केंद्र सरकार हैगी, केंद्र सरकार की जिहड़ी लीडरशिप होएगी जिहड़ा उन्हां दा मुखी होएगा वो कौन होएगा प्राइम मिनिस्टर होएगा, प्रधानमंत्री होएगा। तो जेकर स्टेट की गल करिए स्टेट की जिहड़ी सरकार दा मुखी कौन हुंदा है वो हुंदा मुख्यमंत्री हुंदा चीफ मिनिस्टर हुंदा है। आई होप गाइज तुहानूं इन्ना समझ लग गया होए। अगे गल करते हैं छेवें पॉइंट की, छेवें की पॉइंट की गल करता है डिजोल्यूशन ऑफ द लोअर हाउस इन केस ऑफ इंडिया इन लोक सभा। हुण की है डिजोल्यूशन ऑफ लोअर हाउस, लोअर मतलब कि जिहड़ा हैगा भंग किया जा सकता है जिहड़ा हेठला सदन हुंदा ना, जिवें अपना हेठला सदन अपने देश दे विच किहड़ा हैगा लोक सभा है, लोक सभा नूं की है भंग किया जा सकता है जेकर बहुमत नहीं हैगी तां। आई होप गाइज तुहानूं इन्ना समझ लग गया होएगा। अगे गल करते आपां फंडामेंटल डिफरेंसिस बिटवीन इंडियन एंड ब्रिटिश पार्लीमेंट्री सिस्टम। हुण की जिहड़े कुछ अहम जिहड़े हैगे ने कुछ जिहड़े हैगे ने डिफरेंसिस हैगे ने अंतर हैगा जिहड़ा की है ब्रिटिश पार्लीमेंट्री सिस्टम ते इंडियन पार्लीमेंट्री सिस्टम दे विच वो किहड़ा हैगा उन्हां बारे गल करते हैं। इंडियन पार्लीमेंट्री सिस्टम इज़ नॉट अ सोवरन बॉडी लाइक द ब्रिटिश पार्लीमेंट्री सिस्टम। हुण की है इंडियन पार्लीमेंट्री सिस्टम सोवरन तो है बट इन्नी ज़्यादा सोवरन नहीं की जिन्नी की है ब्रिटिश पार्लीमेंट्री सिस्टम। ब्रिटिश पार्लीमेंट्री सिस्टम दे विच की है जो भी कानून बनाएगी सरकार वो की है संविधान का हिस्सा बन जाएगा। बट इत्थे की है अपने भारत दे विच जिहड़ी सरकार हैगी उन्होंने की है हरेक पक्षों देखना पैंदा है भी किसी भी वर्ग दे विच अपने देश दे विच जिन्ने भी तरह के कम्यूनिटी के लोग रहिंदे ने किसी भी वर्ग नूं कोई भी कानून बनाने करके हानि ना होए जां फिर कि कई होर भी उन्होंने जिहड़े है पैरामीटर्स देखने पैंदे ने उस तो बाद ही कोई ना कोई जिहड़ा है जिहड़ा एक्शन लैंदे ने। बट उत्थे भी इदां ही हुंदा बट उत्थे की है जिहड़ी गवर्नमेंट हैगी थोड़ी जिहड़ी हैगी मतलब कि स्वतंत्र हैगी है, ठीक है उत्ते मतलब स्वतंत्र हैगी गवर्नमेंट कुछ भी एक्शन लैन। बट इत्थे की है उन्होंने जिहड़े हैगे ने कई पैरामीटर्स नूं देखना पैंदा है उस जनता नूं जवाब देगी है, ठीक है संसद नूं जवाब देगी है। अगे गल करते हैं द इंडियन स्टेट हैज़ एन इलैक्टेड हैड जिन्हों कि आप रिपब्लिक कहते हैं। इंडियन स्टेट जी है अपनी भारत की जी है भारत का मुखी कौन होंगे राष्ट्रपति होंगे तो राष्ट्रपति ने की चुनिया जाता है। एंड वाइल ब्रिटिश स्टेट हैज़ हेरिडिटरी हैड मोनार्की और की उन्होंने हेरिडिटरी हैड होंगे ब्रिटिश पार्लीमेंट के जोड़ा ब्रिटिश सरकार के जोड़ा उन्होंने मुखी है वो कौन होएगा मतलब हेरिडिटरी रूल होएगा जिमें कि है एक उन्होंने राजा है राजे का पुत्र अगे आएगा या फिर उन्होंने ही उन्होंने पीढ़ी के जो पीढ़ी दर पीढ़ी उन्होंने जोड़ा चलता रहता है। अगे की गल करते हैं द रोल ऑफ प्राइम मिनिस्टर हैज़ बिकम सो सिग्निफिकेंट इन पार्लीमेंट्री सिस्टम ऑफ बोथ द कंट्रीज़ मतलब कि ब्रिटिश पार्लीमेंट्री सिस्टम तो इंडियन पार्लीमेंट्री सिस्टम दोनों ही जोड़ा सब तो ज़्यादा इंपोर्टेंट रोल जो अदा करती है वो कौन करता है प्राइम मिनिस्टर जोड़ा करता है। आई होप गाइज तुहानूं इन्ना समझ लग गया होगा ब्रिटिश पार्लीमेंट्री सिस्टम तो इंडियन पार्लीमेंट्री सिस्टम के डिफरेंस की है तो इंडियन पार्लीमेंट्री सिस्टम के फीचर्स पाए जाते हैं उन्होंने बारे आप गल कर रही 6 फीचर्स इंपोर्टेंट है उन्होंने बारे आप गल कर रही है तो आप अडोप्ट कितों किया पार्लीमेंट्री सिस्टम जोड़ा ब्रिटेन तो आप किया है। अगे गल करते हैं अपना 6वां फीचर जोड़ा है वो की गल करता है पार्लीमेंट्री सोवरनिटी एंड जुडिशियल सुप्रीमेसी। पार्लीमेंट्री सोवरनिटी तो जुडिशियल सुप्रीमेसी बारे आप गल करते हैं फीचर बारे गल करते हैं इन बारे आप गल करते तो की है द डॉक्ट्रिन ऑफ द सोवरनिटी ऑफ द पार्लीमेंट इज़ टेकन और बोरोड फ्रॉम ब्रिटिश पार्लीमेंट और ब्रिटेन। हुण की गल कर रहे हैं तो भी जो डॉक्ट्रिन ऑफ मतलब कि जो एक सिद्धांत है सोवरनिटी ऑफ पार्लीमेंट संसद की सुतंत्रता बारे गल कर रहे हैं तो वो की जोड़ा है एक प्रभुसत्ता देश है अपना तो उन्हें जी स्वतंत्रता हैगी पार्लीमेंट की वो की है कितों ली गई है
ब्रिटिश पार्लियामेंट्री सिस्टम तो आप जोड़ा वो एक जोड़ा फीचर बोरो किया है। अगर गल करते हैं तो प्रिंसिपल ऑफ जुडिशियल सुप्रीमेसी इज टेकन फ्रॉम द अमेरिकन सुप्रीम कोर्ट और अमेरिकन कॉन्स्टिट्यूशन। तो जोड़ा एक सिद्धांत है जुडिशियल सुप्रीमेसी वो कितों लिया आप आप अमरीकी संविधान तो लिया, अमेरिकन कॉन्स्टिट्यूशन तो लिया। आई होप गाइज तो उन्होंने समझ लग गया होगा भी ये इन्हों के जोड़े फीचर्स कितों आप अडोप्ट किए हैं। अगे गल करते हैं जुडिशियल सुप्रीमेसी की है। सुप्रीम कोर्ट कैन डिक्लेयर द पार्लियामेंट्री लॉ एज अनकॉन्स्टिट्यूशनल एंड वॉइड थ्रू द पावर ऑफ जुडिशियल रिव्यू। हुण की है सरकार द्वारा कोई भी कानून बनाया गया है, कोई से भी कानून की है जोड़े अपनी देश की सर्वोच्च अदालत की है सुप्रीम कोर्ट है। तो सुप्रीम कोर्ट की है किसी भी कानून की है जोड़ा उन्होंने खत्म कर सकती है जेकर वो देखती है भी किसी न किसी तरह जोड़ा लोअर कास्ट लोगों की है जोड़ा इस चीज़ का किसी भी कानून का बेनीफिट नहीं गा। हालांकि उन्होंने इस करके किसी भी कानून करके उन्होंने की है जोड़ा होर दिक्कतों का सामना करना पै रहा, होर तकलीफों का सामना करना पै रहा। तो उन्होंने की जोड़ा वो कानून की है वो कि नल एंड वॉइड मतलब कि उन्होंने खत्म कर सकते हैं। बट हुण की है जी पार्लीमेंट्री सोवरेनिटी का मतलब की है द पार्लीमेंट कैन अमेंड द मेजर पोर्शन ऑफ द कॉन्स्टिट्यूशन थ्रू द कॉन्स्टिट्यूएंट पावर। हुण की जी है पार्लीमेंट है अपनी संसद है, संसद को एक अजिही शक्ति है भी वो जी आपकी बहुमत का जो लैके ना तो जो किसी भी संविधान के किसी भी पोर्शन की है चेंज कर सकती है। बट उत्ते कि अपन की एक प्रोसीजर फॉलो करना पैंदा है। जेकर वो प्रोसीजर फुलफिल करती है सरकार तो उन्होंने की जोड़ा आप किसी भी संविधान के किसी भी फीचर आप चेंज कर सकते। सो आई होप गाइज तो उन्होंने समझ लग पार्लीमेंट्री सोवरेनिटी एंड जुडिशियल सुप्रीमेसी। अगे गल करते आप 7th जोड़ा है फीचर है इंटीग्रेटेड एंड इंडिपेंडेंट जुडिशरी। इंटीग्रेटेड जुडिशरी तो इंडिपेंडेंट जुडिशरी का हुण मतलब की है इनके बारे आप गल करते हैं। इंडियन कॉन्स्टिट्यूशन एस्टैबलिश द जुडिशियल सिस्टम दैट इज़ इंटीग्रेटेड एज वेल एज इंडिपेंडेंट। हुण की है अपना जो संविधान है वो की है जोड़ा इंटीग्रेटेड तो इंडिपेंडेंट है। इंटीग्रेटेड का मतलब की है, इंडिपेंडेंट का मतलब की है। आप अगे बढ़ते हैं इंटीग्रेटेड जुडिशरी इनका की मतलब है इन बारे आप इतने गल करते हैं। सुप्रीम कोर्ट स्टैंड्स एट द टॉप ऑफ द इंटीग्रेटेड जुडिशरी सिस्टम, बिलो इट देयर इज़ अ हाई कोर्ट एट द स्टेट लैवल। हुण की है अपना की है इंटीग्रेटेड का मतलब की है ये की है भी हुण स्टेट्स के जी हाई कोर्ट से नहीं स्टेट्स दी नहीं है, ये भी सेंटर वालों ही है, एक किसी स्टेट्स की नहीं है। हुण की एक हेरिडिटरी सिस्टम है इहदे है मतलब सब तो पहला की आ जाएगा सुप्रीम कोर्ट आएगा। इस तो थलड़ी कोर्ट जी वो कि हाई कोर्ट है, हाई कोर्ट के थले डिस्ट्रिक्ट कोर्ट्स आ जाएंगे, बाकी जी अगे जी लोअर कोर्ट्स जी डिस्ट्रिक्ट कोर्ट्स थले आ जाएंगे। मतलब कि भी ये सिस्टम की वो नहीं गा भी जी डिस्ट्रिक्ट कोर्ट्स है जी वो स्टेट दी होंगे ना, एक एक हेरिडिटरी रूल है जो फिर इंटीग्रेटेड जुडिशरी है जी पूरे इंडिया लैवल पर हैगी। जिंदे सब तो पहले नंबर पर की है सर्वोच्च अदालत है सुप्रीम कोर्ट है। ये हेठां किहड़े काम करते हैं जी स्टेट करदियां ने वो की हाई कोर्ट्स है। अगे गल करते हैं जो सैकेंड दिन की गल करते हैं हाई कोर्ट्स देयर इज़ अ हेरिडिटरी ऑफ सबॉर्डीनेट कोर्ट्स। हुण हाई कोर्ट्स के थले सबॉर्डीनेट कोर्ट्स है जिमें कि है डिस्ट्रिक्ट कोर्ट्स या फिर कुछ होर जी छोटियां कोर्ट्स है वो हाई कोर्ट में रिस्पोंसिबल है। अगे गल करते हैं द सिंगल सिस्टम ऑफ कोर्ट्स एंड फोर्सिस बोथ द सेंट्रल लॉज एंड द एज वेल एज द स्टेट लॉज। हुण की एक सिंगल जुडिशियल सिस्टम है अपने देश के तो एक है सेंट्रल लॉज तो स्टेट लॉज दोनों की जोड़ा लागू करता है देश के विच। आई होप गाइज तुहानू समझ लग गई होगी अपन की इंटीग्रेटेड जुडिशरी की है। फिर दोबारा तुहानू एक थोड़े शब्द दसदा भी इंटीग्रेटेड मतलब कि सिंगल जुडिशरी सिस्टम है, ये ड्यूल जुडिशरी सिस्टम नहीं गा भी अपने जोड़े सेंटर के अलग है जुडिशरी तो स्टेट्स अलग है, स्टेट्स की आदि है तो सेंटर की ये नहीं है, एक ही अमेरिका है बट ये आप अमेरिका तो आई होप गाइज तुहानू समझ लग गया होगा। अगे आप गल करते हैं इंडिपेंडेंट जुडिशरी। जुडिशरी कोर्ट्स ऑफ इंडिया आर इंडिपेंडेंट। हुण जिहड़े अपने देश की जी है अदालत है वो कि इंडिपेंडेंट है मतलब कि किसी तो उन्होंने डिपेंड नहीं है। कोर्ट्स कैन गिव देयर डिसीजन इंडिपेंडेंटली विदाउट फियर ऑफ गवर्नमेंट और एनी अदर प्रेशर। उनकी किसी तरह के भी उन्होंने कोई प्रैशर नहीं होएगा या फिर कि किसी तरह का उन्होंने डर नहीं होएगा किसी भी सरकार का या फिर किसी भी कोई जोड़ा सैलीब्रिटी है या फिर कोई भी जोड़ा परसन है उन्होंने जुडिशरी कोई जोड़ा डर नहीं है किसी का भी वो कि इंडिपेंडेंट रह के कि अपना फैसला सुना सकती है। प्रोविजनस विच मेक जुडिशरी इंडिपेंडेंट। हुण की है आप गल करना है भी जुडिशरी जोड़ा इंडिपेंडेंट बना दिया उन्होंने की है इंडिपेंडेंट दसदियाँ ने मतलब आज़ाद दसदियाँ ने उन्होंने बारे आप गल करते हैं। सिक्योरिटी ऑफ टेन्योर ऑफ जजिस। हुण की
ਜਿਹੜੇ ਜੱਜ ਹੁੰਦੇ ਨੇ, ਜਿਹੜੇ ਹਾਈ ਕੋਰਟ, ਸੁਪਰੀਮ ਕੋਰਟ, ਡਿਸਟ੍ਰਿਕਟ ਕੋਰਟਸ, ਜੋ ਕਿਸੇ ਵੀ ਕੋਰਟ ਦੇ ਜਿਹੜੇ ਜੱਜ ਹੁੰਦੇ ਨੇ, ਉਹਨਾਂ ਨੂੰ ਕੀ ਸਿਕਿਉਰਿਟੀ ਦਿੱਤੀ ਜਾਂਦੀ ਟੈਨਿਓਰ ਦੀ, ਮਤਲਬ ਕਾਰਜਕਾਲ ਦੀ। ਅੱਗੇ ਗੱਲ ਕਰਦੇ ਆ ਫਿਕਸ ਸਰਵਿਸ ਕੰਡੀਸ਼ਨਸ ਫॉर द ਜੱਜਿਸ। ਹੁਣ ਹਰੇਕ ਜੱਜ ਨੂੰ ਕੀ ਫਿਕਸ ਉਹਦੀ ਜਿਹੜੀ ਵੀ ਸਰਵਿਸ ਹੈਗੀ ਉਹਦੀ ਫਿਕਸ ਹੈਗੀ ਹੈ। ਜੇ ਉਹਨਾਂ ਨੇ ਇਹਨੇ 6 ਘੰਟੇ ਕੰਮ ਕਰਨਾ, 6 ਘੰਟੇ ਕੰਮ ਕਰਨਾ। ਉਹਨਾਂ ਨੂੰ ਕੀ ਕਾਰ ਦੇਣੀ, ਕੋਈ ਫੈਸਿਲਿਟੀ ਦੇਣੀ, ਉਹਨਾਂ ਨੂੰ ਸਾਰੀ ਜਿਹੜੀ ਕਿ ਫੈਸਿਲਿਟੀ ਬਰਾਬਰ ਦਿੱਤੀ ਜਾਏਗੀ। all the expenses of the Supreme Court charged on the Consolidated Fund of India। ਕੰਸੋਲੀਡੇਟਡ ਫੰਡ ਆਫ ਇੰਡੀਆ ਤੋਂ ਕੀ ਜਿਹੜੇ ਹੈਗੇ ਨੇ ਸਾਰੇ ਹੀ ਜਿਹੜਾ ਖਰਚਾ ਹੈਗਾ ਉਹ ਕੀ ਕੰਸੋਲੀਡੇਟਡ ਫੰਡ ਆਫ ਇੰਡੀਆ 'ਚ ਹੀ ਕੀਤਾ ਜਾਂਦਾ ਹੈ ਸੁਪਰੀਮ ਕੋਰਟ ਦੇ ਵਿੱਚ। ਪ੍ਰੋਹਿਬਿਸ਼ਨ ਔਨ ਦ ਡਿਸਕਸ਼ਨ ਆਫ ਦ ਕੋਰਟ ਕੰਡਕਟ ਆਫ ਜੱਜਿਸ ਇਨ ਦ ਲੈਜਿਸਲੇਚਰ। ਹੁਣ ਕੀ ਹੈ ਲੈਜਿਸਲੇਚਰ ਮਤਲਬ ਵਿਧਾਨ ਸਭਾ ਦੇ ਵਿੱਚ ਜਿਹੜਾ ਕੰਡਕਟ ਕਰਦੇ ਨੇ ਜਿਹੜੇ ਜੱਜ ਹੈਗੇ ਨੇ, ਜੱਜ ਆਦਾ ਕਿਸੇ ਵੀ ਤਰ੍ਹਾਂ ਬਿਹੇਵ ਕਰਦੇ ਨੇ ਜਾਂ ਫਿਰ ਕਿ ਉਹਨਾਂ ਦੇ ਵਿੱਚ ਉਹ ਕਿਸੇ ਵੀ ਤਰ੍ਹਾਂ ਕਿਸੇ ਕੇਸ ਨੂੰ ਲੈਂਦੇ ਨੇ, ਉਹਨਾਂ ਨੂੰ ਸੋਲਵ ਕਰਦੇ ਨੇ। ਤਾਂ ਉਹਦੇ ਵਿੱਚ ਕੀ ਹੈ ਲੈਜਿਸਲੇਚਰ ਮਤਲਬ ਕੀ ਹੈ ਵਿਧਾਨ ਸਭਾ ਦੇ ਵਿੱਚ ਇਹਦੇ ਬਾਰੇ ਕੋਈ ਡਿਸਕਸ਼ਨ ਨਹੀਂ ਕੀਤੀ ਜਾਏਗੀ। ਇਹਨਾਂ ਨੂੰ ਕੀ ਜੇਕਰ ਕੀਤਾ ਜਾਏਗਾ ਤਾਂ ਕੋਲੀਜੀਅਮ ਸਿਸਟਮ ਹੁੰਦਾ ਜਾਂ ਫਿਰ ਕਿ ਆਪਣੇ ਜਿਹੜੇ ਹੈਗੇ ਨੇ ਚੀਫ ਜਸਟਿਸ ਆਫ ਇੰਡੀਆ ਉਹ ਹੀ ਇਹਦੇ ਬਾਰੇ ਗੱਲ ਕਰਨਗੇ, ਅਦਰਵਾਈਜ਼ ਨਹੀਂ ਗੱਲ ਕਰਨਗੇ। ਅੱਗੇ ਗੱਲ ਕਰਦੇ ਹਾਂ ਪੁਨਿਸ਼ ਫॉर ਕੰਟੈਂਪਟ ਆਫ ਕੋਰਟ। ਹੁਣ ਕੀ ਕੰਟੈਂਪਟ ਆਫ ਕੋਰਟ ਮਤਲਬ ਕਿ ਜੇਕਰ ਜੁਡੀਸ਼ਰੀ ਜਿਹੜੀ ਹੈ ਕੋਈ ਵੀ ਡਿਸੀਜਨ ਦਿੰਦੀ ਹੈ ਤਾਂ ਉਹਨੂੰ ਕੀ ਕੋਈ ਅਲਟਰਨੇਟਿਵ ਪਾਰਟੀ ਜਾਂ ਫਿਰ ਗਵਰਨਮੈਂਟ ਉਹਨਾਂ ਨੂੰ ਨਹੀਂ ਜਿਹੜੀ ਕਿ ਮੰਨਦੀ ਤਾਂ ਕਿ ਇਹ ਕੰਟੈਂਪਟ ਆਫ ਕੋਰਟ ਹੈ। ਤਾਂ ਹੁਣ ਕੰਟੈਂਪਟ ਆਫ ਕੋਰਟ ਦੇ ਵਿੱਚ ਉਹਨਾਂ ਨੂੰ ਕੀ ਜਿਹੜੀ ਕਿ ਸਜ਼ਾ ਦਿੱਤੀ ਜਾ ਸਕਦੀ, ਸਖਤ ਤੋਂ ਸਖਤ ਸਜ਼ਾ ਦਿੱਤੀ ਜਾ ਸਕਦੀ ਹੈ। ਅੱਗੇ ਗੱਲ ਕਰਦੇ ਹਾਂ ਸੈਪਰੇਸ਼ਨ ਆਫ ਦ ਜੁਡੀਸ਼ਰੀ ਫਰੋਮ ਦ ਐਗਜ਼ੈਕਟਿਵ। ਇਹ ਆਪਾਂ ਪਹਿਲਾਂ ਹੀ ਗੱਲ ਕਰ ਰਹੇ ਲੈਜਿਸਲੇਚਰ ਤੋਂ ਵੀ ਉਹਨੇ ਜੁਡੀਸ਼ਰੀ ਨੂੰ ਜਿਹੜਾ ਹੈਗਾ ਨਿਆਂਪਾਲਿਕਾ ਨੂੰ ਜਿਹੜਾ ਹੈਗਾ ਅਲੱਗ ਕੀਤਾ ਗਿਆ ਅਤੇ ਐਗਜ਼ੈਕਟਿਵ ਮਤਲਬ ਕਾਰਜਪਾਲਿਕਾ ਤੋਂ ਵੀ ਉਹਨਾਂ ਨੂੰ ਕੀ ਅਲੱਗ ਕੀਤਾ ਗਿਆ ਹੈ। ਸੁਪਰੀਮ ਕੋਰਟ ਇਜ਼ ਦਾ ਫੈਡਰਲ ਕੋਰਟ। ਸੁਪਰੀਮ ਕੋਰਟ ਇਜ਼ ਦਾ ਫੈਡਰਲ ਕੋਰਟ ਮਤਲਬ ਕਿ ਸੁਪਰੀਮ ਕੋਰਟ ਸੈਂਟਰ ਦੇ ਵਿੱਚ ਹੈਗੀ ਹੈ। ਦ ਹਾਈਐਸਟ ਕੋਰਟ ਆਫ ਅਪੀਲ, ਇਹ ਸਭ ਤੋਂ ਹਾਈਐਸਟ ਕੋਰਟ ਆਫ ਅਪੀਲ ਹੈ। ਇਸ ਤੋਂ ਉੱਪਰ ਕੋਈ ਵੀ ਅਦਾਲਤ ਨਹੀਂ ਹੈਗੀ, ਸਭ ਤੋਂ ਉੱਚੀ ਸਰਵਉੱਚ ਅਦਾਲਤ ਜਿਹੜੀ ਹੈਗੀ ਸੁਪਰੀਮ ਕੋਰਟ ਹੀ ਹੈ। ਗਾਰੰਟੀਅਰ ਆਫ ਦ ਫੰਡਾਮੈਂਟਲ ਰਾਈਟਸ ਆਫ ਦ ਸਿਟੀਜ਼ਨਸ। ਹੁਣ ਕੀ ਹੈ ਕਿਸੇ ਵੀ ਜੇਕਰ ਫੰਡਾਮੈਂਟਲ ਰਾਈਟ ਮਤਲਬ ਮੌਲਿਕ ਅਧਿਕਾਰ ਦਾ ਜੇਕਰ ਕਿਸੇ ਵੀ ਆਪਣੇ ਨਾਗਰਿਕ ਦੇ ਮੌਲਿਕ ਅਧਿਕਾਰ ਦਾ ਉਲੰਘਣ ਹੁੰਦਾ ਤਾਂ ਉਹ ਸਿੱਧਾ ਕਿ ਸੁਪਰੀਮ ਕੋਰਟ ਦੇ ਵਿੱਚ ਜਾ ਸਕਦੀ ਹੈ ਤਾਂ ਸੁਪਰੀਮ ਕੋਰਟ ਉਹਨੂੰ ਨਿਆਂ ਦੇਵੇਗੀ। ਐਂਡ ਦ ਗਾਰਡੀਅਨ ਆਫ ਦ ਕਨਸਟੀਟਿਊਸ਼ਨ। ਹੁਣ ਕੀ ਹੈ ਜਿਹੜੀ ਰਖਵਾਲੀ ਆਪਣੀ ਦੇਸ਼ ਦੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਕੀ ਹੈ ਆਪਣੇ ਸੰਵਿਧਾਨ ਦੀ ਕੀ ਹੈਗੀ ਹੈ ਗਾਰਡੀਅਨ ਹੈਗੀ ਮਤਲਬ ਕਿ ਉਹਨਾਂ ਦਾ ਰਖਵਾਲਾ ਹੈਗਾ। ਆਈ ਹੋਪ ਗਾਈਜ਼ ਤੁਹਾਨੂੰ ਇੰਨਾ ਸਮਝ ਲੱਗ ਗਿਆ ਹੋਏਗਾ, ਆਪਣਾ ਸਹਿਮਤ ਫੀਚਰ ਸਮਝ ਲੱਗ ਗਿਆ ਹੋਏਗਾ ਇੰਟੀਗ੍ਰੇਟਡ ਐਂਡ ਇੰਡੀਪੈਂਡੈਂਟ ਜੁਡੀਸ਼ਰੀ। ਅੱਗੇ ਆਪਾਂ ਗੱਲ ਕਰਦੇ ਹਾਂ ਜਿਹੜਾ 8th ਆਪਣਾ ਪੁਆਇੰਟ ਹੈਗਾ ਉਹਦੇ ਬਾਰੇ ਆਪਾਂ ਗੱਲ ਕਰਦੇ ਹਾਂ ਫੰਡਾਮੈਂਟਲ ਰਾਈਟਸ। ਪਾਰਟ 3 ਆਫ ਦ ਇੰਡੀਅਨ ਕਨਸਟੀਟਿਊਸ਼ਨ ਗਾਰੰਟੀਜ਼ 6 ਫੰਡਾਮੈਂਟਲ ਰਾਈਟਸ ਟੂ ਦ ਆਲ ਸਿਟੀਜ਼ਨਸ। ਠੀਕ ਹੈ, ਹੁਣ ਕੀ ਹੈ ਜਿਹੜੇ ਆਪਣੇ ਭਾਗ 3 ਹੈਗਾ ਆਪਣੇ ਸੰਵਿਧਾਨ ਦਾ ਭਾਗ 3 ਹੈਗਾ ਉਹ ਕੀ ਹੈ ਆਪਣੇ ਦੇਸ਼ ਦੇ ਜਿਹੜੇ ਨਾਗਰਿਕਾਂ ਨੂੰ ਕੀ ਹੈ ਉਹਨਾਂ ਨੂੰ ਮੌਲਿਕ ਅਧਿਕਾਰ ਦਿੰਦਾ ਹੈ। ਮਤਲਬ ਕਿ ਇਹ ਇੱਕ ਇੰਨੇ ਕੁ ਬੇਸਿਕ ਰਾਈਟਸ ਹੁੰਦੇ ਨੇ ਜਿਹੜੇ ਕੀ ਹੈ ਵੀ ਇੱਕ ਪਰਸਨ ਜਿਹੜਾ ਹੈਗਾ ਉਹਨਾਂ ਨੂੰ ਜੀਣ ਵਾਸਤੇ ਸਭ ਤੋਂ ਇੰਪੋਰਟੈਂਟ ਹੈਗੇ ਨੇ ਅਤੇ ਉਹਨਾਂ ਨੂੰ ਮਿਲਣੇ ਹੀ ਚਾਹੀਦੇ ਨੇ। ਤਾਂ ਇੱਕ ਤੁਹਾਨੂੰ ਫੈਕਟ ਦੱਸ ਦਿੰਦੇ ਹਾਂ ਜਿਹੜੇ ਪਹਿਲਾਂ ਕੀ ਜਿਹੜਾ ਹੈਗਾ ਪਹਿਲਾਂ ਕੀ ਹੈਗੇ ਸੀ 7 ਫੰਡਾਮੈਂਟਲ ਰਾਈਟਸ ਹੈਗੇ ਸੀ, ਹੁਣ ਕੀ 6 ਹੈਗੇ ਨੇ। 7th ਰੈਡ ਦੇ ਆਪਾਂ ਇੱਕ ਬਾਕਸ ਵਿੱਚ ਆਪਾਂ ਦੱਸਿਆ 7th ਫੰਡਾਮੈਂਟਲ ਰਾਈਟਸ ਦੈਟ ਇਜ਼ ਰਾਈਟ ਟੂ ਪ੍ਰੋਪਰਟੀ ਆਰਟੀਕਲ 31 was deleted from the list by the 44th Amendment Act 1978। ਠੀਕ ਹੈ, 44th Amendment Act ਦੇ ਵਿੱਚ ਇਹਨੂੰ ਕੀ ਜਿਹੜਾ ਹੈਗਾ ਰਾਈਟ ਟੂ ਪ੍ਰੋਪਰਟੀ ਨੂੰ ਆਰਟੀਕਲ 31 ਦੇ ਅੰਦਰ ਕੀ ਹੈ ਇਹਨੂੰ ਕੀ ਖਤਮ ਕਰ ਦਿੱਤਾ ਗਿਆ। ਆਈ ਹੋਪ ਗਾਈਜ਼ ਤੁਹਾਨੂੰ ਇਹਨਾਂ ਸਮਝ ਲੱਗ ਜਾਏਗਾ। ਅੱਗੇ ਆਪਾਂ ਗੱਲ ਕਰਦੇ ਹਾਂ ਆਪਣੇ ਜਿਹੜੇ ਹੈਗੇ ਨੇ 6 ਜਿਹੜੇ ਹੈਗੇ ਨੇ ਮੌਲਿਕ ਅਧਿਕਾਰ ਹੈਗੇ ਨੇ ਉਹਨਾਂ ਬਾਰੇ ਗੱਲ ਕਰਾਂਗੇ। ਰਾਈਟ ਟੂ ਇਕੁਐਲਿਟੀ ਜਿਹੜਾ ਕੀ ਹੈ ਆਰਟੀਕਲ 14 ਤੋਂ 18 ਤੱਕ ਗੱਲ ਕਰਦਾ ਰਾਈਟ ਟੂ ਇਕੁਐਲਿਟੀ ਮਤਲਬ ਕਿ ਸਮਾਨਤਾ ਦੇ ਅਧਿਕਾਰ, ਸਭ ਨੂੰ ਸਮਾਨਤਾ ਦਾ ਅਧਿਕਾਰ ਹੈਗਾ। ਰਾਈਟ ਟੂ ਫਰੀडम ਆਜ਼ਾਦੀ ਦਾ ਅਧਿਕਾਰ, ਆਜ਼ਾਦੀ ਦਾ ਅਧਿਕਾਰ ਆਰਟੀਕਲ 19 ਤੋਂ 22 ਤੱਕ ਹੀ ਹੈ ਆਜ਼ਾਦੀ ਦੇ ਅਧਿਕਾਰਾਂ ਬਾਰੇ ਗੱਲ ਕੀਤੀ ਜਾਂਦੀ ਹੈ। ਰਾਈਟ ਅਗੇਂਸਟ ਐਕਸਪਲੋਇਟੇਸ਼ਨ ਮਤਲਬ ਕੀ ਹੈ ਸ਼ੋਸ਼ਣ ਦੇ ਵਿਰੁੱਧ ਅਧਿਕਾਰ ਹੈ ਜਿਹੜਾ ਮਤਲਬ ਕਿ ਲੋਕਾਂ ਦਾ ਸ਼ੋਸ਼ਣ ਕੀਤਾ ਜਾਂਦਾ, ਉਹਨਾਂ ਦੇ ਜਿਹੜੇ ਹੈਗੇ ਬੇਅਦਬੀ ਕੀਤੀ ਜਾਂਦੀ ਜਾਂ ਫਿਰ ਉਹਨਾਂ ਦੀ ਬੇਇੱਜ਼ਤ ਕੀਤਾ ਜਾਂਦਾ ਉਹਨਾਂ ਦੇ ਖਿਲਾਫ ਅਧਿਕਾਰ ਹੈਗੇ ਨਾ ਆਰਟੀਕਲ 23, 24 ਜਿਹੜੇ ਹੈਗਾ ਉਹਨਾਂ ਬਾਰੇ ਗੱਲ ਕਰਦੇ। ਰਾਈਟ ਟੂ ਫਰੀडम ਆਫ ਰਿਲੀਜਨ ਹੁਣ ਕੀ ਹੈ ਧਰਮ ਦੀ ਸੁਤੰਤਰਤਾ ਦੇ ਅਧਿਕਾਰ। ਇਹ ਕਿਹੜੇ ਆਰਟੀਕਲਸ ਹੈਗੇ ਨੇ ਇਹ ਆਰਟੀਕਲ ਦਿੱਤਾ ਗਿਆ ਆਰਟੀਕਲ 25 ਤੋਂ ਲੈ ਕੇ 28 ਤੱਕ ਹੀ ਹੈ ਰਾਈਟ ਟੂ ਫਰੀडम ਆਫ ਰਿਲੀਜਨ ਬਾਰੇ ਗੱਲ ਕੀਤੀ ਗਈ। ਅੱਗੇ ਗੱਲ ਕਰਦੇ ਹਾਂ ਜਿਹੜਾ ਆਪਣਾ 5th ਜਿਹੜਾ ਹੈਗਾ ਕਲਚਰਲ ਐਂਡ ਐਜੂਕੇਸ਼ਨਲ ਰਾਈਟਸ। ਕਲਚਰਲ ਮਤਲਬ ਕਿ ਸੱਭਿਆਚਾਰਕ ਉਹਦੇ ਸੱਭਿਆਚਾਰ ਅਤੇ ਉਹਦੀ ਜਿਹੜੀ ਕਿ ਐਜੂਕੇਸ਼ਨ ਉਹਦੀ ਸਿੱਖਿਆ ਵਾਸਤੇ ਜਿਹੜੇ ਉਹਦੇ ਅਧਿਕਾਰ ਹੈਗੇ ਨੇ ਉਹ ਕਿਹੜੇ ਕਿਹੜੇ ਆਰਟੀਕਲ ਦੇ ਵਿੱਚ ਗੱਲ ਕੀਤੀ ਗਈ ਆਰਟੀਕਲ 29 ਅਤੇ 30 ਦੇ ਵਿੱਚ ਉਹਨਾਂ ਬਾਰੇ ਗੱਲ ਕੀਤੀ ਗਈ ਹੈ। ਰਾਈਟ ਟੂ ਕੰਸਟੀਟਿਊਸ਼ਨਲ ਰੈਮੇਡੀਜ਼। ਰਾਈਟ ਕੰਸਟੀਟਿਊਸ਼ਨਲ ਰੈਮੇਡੀਜ਼ ਮਤਲਬ ਕੀ ਹੈ ਸੰਵਿਧਾਨਿਕ ਉਪਚਾਰ।
ਸੰਵਿਧਾਨਕ ਉਪਚਾਰ ਦੇ ਵਿੱਚ ਕੀ ਹੁੰਦਾ, ਮਤਲਬ ਕਿਸੇ ਵੀ ਕਾਰਨ ਕਰਕੇ ਜਿਹੜਾ ਹੈਗਾ ਆਪਾਂ ਨੂੰ ਕੀ ਕਿਸੇ ਵੀ ਕਾਰਨ ਕਰਕੇ ਆਪਾਂ ਨੂੰ ਕੋਈ ਵੀ ਫੰਡਾਮੈਂਟਲ ਰਾਈਟ ਨਹੀਂ ਦਿੱਤਾ ਜਾਂਦਾ, ਆਪਣਾ ਮੌਲਿਕ ਅਧਿਕਾਰ ਨਹੀਂ ਪ੍ਰੋਵਾਈਡ ਕੀਤਾ ਜਾਂਦਾ, ਤਾਂ ਆਪਾਂ ਕੀ ਹੈ ਅੰਡਰ ਆਰਟੀਕਲ 32 ਦੇ ਵਿੱਚ ਆਪਾਂ ਕੀ ਜਿਹੜਾ ਹੈਗਾ ਔਰ ਕਨਸਟੀਟਿਊਸ਼ਨਲ ਰੈਮੇਡੀਜ਼ ਦੇ ਥਰੂ ਆਪਾਂ ਕੀ ਹੈ ਜਿਹੜਾ ਹੈਗਾ ਆਪਣੇ ਫੰਡਾਮੈਂਟਲ ਰਾਈਟਸ ਨੂੰ ਕੀ ਹੈ ਵਾਪਸ ਜਿਹੜੇ ਹੈਗਾ ਆਪਣੇ ਅਧਿਕਾਰ ਖੇਤਰ ਲਿਆ ਸਕਦੇ ਹਾਂ। ਹੁਣ ਗੱਲ ਕਰਦੇ ਹਾਂ ਫੰਡਾਮੈਂਟਲ ਰਾਈਟਸ ਦੀ ਇੰਪੋਰਟੈਂਸ ਕੀ ਹੈ। ਦੇ ਆਰ ਮੈਂਟ ਫॉर द ਪ੍ਰਮੋਟਿੰਗ ਦ ਆਈਡੀਆ ਆਫ ਪੋਲੀਟੀਕਲ ਡੈਮੋਕ੍ਰੇਸੀ। ਹੁਣ ਕੀ ਹੈ ਜਿਹੜੇ ਹੈਗੇ ਨੇ ਕੀ ਹੈ ਪੋਲੀਟੀਕਲ ਡੈਮੋਕ੍ਰੇਸੀ ਨੂੰ ਕੀ ਜਿਹੜਾ ਹੈਗਾ ਅਪ ਕਰਨ ਵਾਸਤੇ ਜਾਂ ਫਿਰ ਹੁਣ ਕੀ ਹੈ ਜਿਹੜੇ ਹੈਗਾ ਸਟਰੈਂਥਨ ਕਰਨ ਵਾਸਤੇ ਜਿਹੜੇ ਹੈਗੇ ਲਿਆਂਦੇ ਗਏ ਨੇ। ਦੇ ਓਪਰੇਟ ਐਜ਼ ਲਿਮਿਟੇਸ਼ਨਸ ਔਨ ਦ ਟਾਇਰਨੀ ਆਫ ਦ ਐਗਜ਼ੈਕਟਿਵ ਐਂਡ ਆਰਬਿਟਰੀ ਲਾਜ਼ ਆਫ ਦ ਲੈਜਿਸਲੇਚਰ। ਹੁਣ ਕੀ ਫੰਡਾਮੈਂਟਲ ਰਾਈਟਸ ਹੈਗੇ ਨੇ ਇੱਕ ਜਿਹੜੀ ਹੈਗੀ ਹੈ ਉਹਨਾਂ ਦੇ ਜਿਹੜੀ ਸਰਕਾਰ ਹੈਗੀ ਸਰਕਾਰ ਨੂੰ ਇੱਕ ਚੇਤਾਵਨੀ ਹੈਗੀ ਹੈ ਵੀ ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਵੀ ਆਰਬਿਟਰੀ ਲੋ ਮਤਲਬ ਕਿ ਕੋਈ ਵੀ ਇਸ ਤਰ੍ਹਾਂ ਦਾ ਕਾਨੂੰਨ ਬਣਾਉਂਦੇ ਜਿਹਦੇ ਕਰਕੇ ਕੀ ਇਹ ਸੋਸਾਇਟੀ ਦੇ ਵਿੱਚ ਲੋਕਾਂ ਦਾ ਜਿਹੜਾ ਹੈਗਾ ਉਹਨਾਂ ਦੇ ਅਧਿਕਾਰ ਖਤਮ ਹੁੰਦੇ ਨੇ, ਤਾਂ ਅਸੀਂ ਕੀ ਜਿਹੜਾ ਹੈਗਾ ਆਰਟੀਕਲ 32 ਦੇ ਅੰਡਰ ਕੀ ਅਸੀਂ ਜਿਹੜਾ ਹੈਗਾ ਸੁਪਰੀਮ ਕੋਰਟ 'ਚ ਜਾਵਾਂਗੇ, ਅਸੀਂ ਅਧਿਕਾਰ ਜਿਹੜੇ ਕਿ ਲੈ ਕੇ ਆਵਾਂਗੇ। ਮਤਲਬ ਕਿ ਇਹ ਕਿ ਉਹਨਾਂ ਦੇ ਸਰਕਾਰ 'ਤੇ ਲਿਮਿਟੇਸ਼ਨ ਲਗਾਏਗੀ ਜਿਹੜੇ ਫੰਡਾਮੈਂਟਲ ਰਾਈਟਸ ਹੈਗੇ ਨੇ। ਅੱਗੇ ਗੱਲ ਕਰਦੇ ਹਾਂ ਦੇ ਆਰ ਜਸਟਿਸੇਬਲ ਇਨ ਨੇਚਰ ਐਂਡ ਐਨਫੋਰਸੀਬਲ ਬਾਈ ਦ ਕੋਰਟ ਆਫ ਲੋ। ਹੁਣ ਕੀ ਇਹਨਾਂ ਕਿ ਜੇਕਰ ਉਹੀ ਗੱਲ ਕਰ ਰਹੇ ਜੇਕਰ ਆਪਣੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੁੰਦੀ ਹੈ ਤਾਂ ਆਪਾਂ ਕੀ ਜਿਹੜਾ ਹੈਗਾ ਜੇ ਕੋਰਟ ਦੇ ਵਿੱਚ ਜਾ ਕੇ ਆਪਣੇ ਜਿਹੜੇ ਹੈਗੇ ਨੇ ਅਧਿਕਾਰ ਪ੍ਰਾਪਤ ਕਰ ਸਕਦੇ ਹਾਂ। ਅੱਗੇ ਗੱਲ ਕਰਦੇ ਹਾਂ ਦ ਫੰਡਾਮੈਂਟਲ ਰਾਈਟਸ ਆਰ ਨੋਟ ਐਬਸੋਲਿਊਟ ਐਂਡ ਸਬਜੈਕਟ ਟੂ ਦ ਰੀਜ਼ਨੇਬਲ ਰਿਸਟ੍ਰਿਕਸ਼ਨਸ। ਫੰਡਾਮੈਂਟਲ ਰਾਈਟਸ ਐਬਸੋਲਿਊਟ ਨਹੀਂ ਹੈਗੇ, ਇਹਨਾਂ ਦੇ ਤੇ ਕੁਛ ਨਾ ਕੁਛ ਰਿਸਟ੍ਰਿਕਸ਼ਨਸ ਹੈਗੇ ਨੇ। ਜੇਕਰ ਆਪਣਾ ਜਿਵੇਂ ਹੁਣ ਕੀ ਗੱਲ ਕਰਦੇ ਆਪਾਂ ਨੂੰ ਕੀ ਹੈ ਜੋ ਕਰਨ ਦਾ ਅਧਿਕਾਰ ਹੈਗਾ ਬਟ ਉਹਨਾਂ ਦੇ ਅੱਗੇ ਬਟ ਲੱਗਿਆ ਮਤਲਬ ਕਿ ਇੱਕ ਪਰ ਲੱਗਿਆ ਵੀ ਇਹਦੇ ਕੋਈ ਕੁਛ ਕੰਡੀਸ਼ਨਸ ਹੋਣਗੀਆਂ ਉਹਦੇ ਵਾਸਤੇ। ਆਈ ਹੋਪ ਗਾਈਜ਼ ਤੁਹਾਨੂੰ ਇਹਨਾਂ ਸਮਝ ਲੱਗ ਗਿਆ ਹੈਗਾ। ਤਾਂ ਦੇ ਮਤਲਬ ਕਿ ਫੰਡਾਮੈਂਟਲ ਰਾਈਟਸ ਸਸਪੈਂਡਡ ਡਿਊਰਿੰਗ ਨੈਸ਼ਨਲ ਐਮਰਜੈਂਸੀ। ਹੁਣ ਕੀ ਹੈ ਜੇ ਸਾਰੇ ਦੇ ਸਾਰੇ ਫੰਡਾਮੈਂਟਲ ਰਾਈਟਸ ਨੈਸ਼ਨਲ ਐਮਰਜੈਂਸੀ ਦੇ ਦੌਰਾਨ ਕੀ ਸਾਰੇ ਖਤਮ ਹੋ ਜਾਣਗੇ, ਬਸ ਜਿਹੜੇ ਰਹਿਣਗੇ ਉਹ ਕਿਹੜੇ ਰਹਿਣਗੇ ਆਰਟੀਕਲ 20 ਐਂਡ ਆਰਟੀਕਲ 21। ਆਈ ਹੋਪ ਗਾਈਜ਼ ਤੁਹਾਨੂੰ ਇਹਨਾਂ ਸਮਝ ਲੱਗ ਗਿਆ ਹੋਏਗਾ ਆਪਣੇ ਫੰਡਾਮੈਂਟਲ ਰਾਈਟਸ ਬਾਰੇ। ਅੱਗੇ ਆਪਾਂ ਕੀ ਹੈ ਸੇਲੀਐਂਟ ਫੀਚਰਸ ਤੋਂ ਬਾਅਦ ਆਪਾਂ ਕੀ ਫੰਡਾਮੈਂਟਲ ਰਾਈਟਸ ਹੀ ਕਰਾਂਗੇ, ਤਾਂ ਉਹਦੇ ਵਿੱਚ ਆਪਾਂ ਕੀ ਡਿਟੇਲ ਦੇ ਵਿੱਚ ਕਰਾਂਗੇ ਫੰਡਾਮੈਂਟਲ ਰਾਈਟਸ ਹੈ ਕੀ ਚੀਜ਼, ਅਤੇ ਰਾਈਟ ਇਕੁਐਲਿਟੀ ਦੇ ਵਿੱਚ ਜਿਹੜੇ 14 ਤੋਂ 18 ਤੱਕ ਆਰਟੀਕਲਸ ਹੈਗੇ ਨੇ ਉਹਨਾਂ ਬਾਰੇ ਵੀ ਆਪਾਂ ਡਿਟੇਲ ਦੇ ਵਿੱਚ ਗੱਲ ਕਰਾਂਗੇ। ਇਹ ਤਾਂ ਕਿ ਇੱਕ ਜਸਟ ਆਪਾਂ ਓਵਰਵਿਊ ਦੇ ਰਹੇ ਹਾਂ ਆਪਾਂ ਕੀ ਹੈ ਆਪਣੇ ਸੰਵਿਧਾਨ ਦੇ ਜਿਹੜੇ ਹੈਗੇ ਪ੍ਰਮੁੱਖ ਤੱਤ ਹੈਗੇ ਨੇ ਉਹਨਾਂ ਬਾਰੇ ਗੱਲ ਕਰ ਰਹੇ ਹਾਂ, ਤਾਂ ਉਹਨਾਂ ਵਿੱਚੋਂ ਜਿਹੜਾ ਹੈਗਾ ਫੰਡਾਮੈਂਟਲ ਰਾਈਟਸ ਇੱਕ ਹੈ। ਆਈ ਹੋਪ ਗਾਈਜ਼ ਤੁਹਾਨੂੰ ਇਹਨਾਂ ਸਮਝ ਲੱਗ ਗਿਆ ਹੋਏਗਾ। ਤਾਂ ਆਪਾਂ ਨੈਕਸਟ ਗੱਲ ਕਰਦੇ ਹੈਗੇ ਜਿਹੜਾ ਆਪਣਾ ਨੈਕਸਟ ਫੀਚਰ ਹੈਗਾ 9th ਫੀਚਰ ਬਾਰੇ ਗੱਲ ਕਰਦੇ ਹਾਂ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪੋਲਿਸੀ, ਜਿਹਨੂੰ ਆਪਾਂ ਕਹਿ ਦਈਏ ਸੰਵਿਧਾਨ ਦੇ ਜਿਹੜੇ ਹੈਗੇ ਨਿਰਦੇਸ਼ਕ ਸਿਧਾਂਤ ਹੈਗੇ ਨੇ, ਸੰਵਿਧਾਨ ਦੇ ਨਿਰਦੇਸ਼ਕ ਸਿਧਾਂਤ ਜਿਹੜੇ ਹੈਗੇ ਨੇ ਉਹਨਾਂ ਬਾਰੇ ਗੱਲ ਕਰਦੇ। ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪੋਲਿਸੀ ਆਰ ਐਨੂਮਰੇਟਡ ਇਨ ਪਾਰਟ 4 ਆਫ ਦ ਕੰਸਟੀਟਿਊਸ਼ਨ। ਹੁਣ ਆਪਣੇ ਸੰਵਿਧਾਨ ਦੇ ਭਾਗ ਜਿਹੜਾ ਚੌਥਾ ਹੈਗਾ ਉਹਦੇ ਵਿੱਚ ਕੀ ਹੈ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪੋਲਿਸੀ ਪਾਏ ਜਾਂਦੇ ਨੇ। DPSP ਦਾ ਮਤਲਬ ਹੈਗਾ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪੋਲਿਸੀ। Directive principle of state policy classified into 3 broad categories: socialistic, Gandhian and liberal intellectual। ਹੁਣ ਕੀ ਇਹਨਾਂ ਨੂੰ ਕੀ ਸਮਾਜਵਾਦੀ, ਗਾਂਧੀਅਨ ਤੇ ਜਿਹੜੇ ਲਿਬਰਲਸ ਹੈਗੇ ਨੇ ਉਹਨਾਂ ਦੇ ਇਹਨਾਂ 3 ਕੈਟਾਗਰੀਜ਼ ਦੇ ਵਿੱਚ ਇਹਨਾਂ ਨੂੰ ਡਿਵਾਈਡ ਕੀਤਾ ਗਿਆ। ਜਦੋਂ ਆਪਾਂ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪੋਲਿਸੀ ਕਰਾਂਗੇ ਨਾ ਤੇ ਇਹਨਾਂ ਨੂੰ ਕੀ ਆਪਾਂ ਕੀ ਇੱਕ ਤੁਹਾਨੂੰ ਥੋੜਾ ਓਵਰਵਿਊ ਦੇ ਦੇਵਾਂਗੇ ਇਹਨਾਂ ਨੂੰ ਕਿਵੇਂ ਡਿਵਾਈਡ ਕੀਤਾ ਗਿਆ। ਆਈ ਹੋਪ ਗਾਈਜ਼ ਤੁਹਾਨੂੰ ਇਹਨਾਂ ਸਮਝ ਲੱਗ ਗਿਆ ਹੋਏਗਾ। ਪਾਰਟ 4 ਦੇ ਵਿੱਚੋਂ ਲਾਏ ਗਏ ਨੇ ਤੇ ਇਹਨਾਂ ਨੂੰ ਕੀ 3 ਪਾਰਟਸ ਵਿੱਚ ਡਿਵਾਈਡ ਕੀਤਾ ਗਿਆ। ਅੱਗੇ ਗੱਲ ਕਰਦੇ ਹਾਂ ਡਾਕਟਰ BR ਅੰਬੇਦਕਰ ਹੂ ਇਜ਼ ਦ ਫਾਦਰ ਆਫ ਇੰਡੀਅਨ ਕੰਸਟੀਟਿਊਸ਼ਨ। ਡਾਕਟਰ BR ਅੰਬੇਦਕਰ ਦਾ ਸੈਟ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪੋਲਿਸੀ ਇਜ਼ ਅ ਨੋਵਲ ਫੀਚਰ ਆਫ ਇੰਡੀਅਨ ਕੰਸਟੀਟਿਊਸ਼ਨ। ਔਰ ਡਾਕਟਰ ਭੀਮ ਰਾਓ ਅੰਬੇਦਕਰ ਨੇ ਇਹ ਗੱਲ ਕੀਤੀ ਹੈ ਵੀ ਆਪਣੇ ਜਿਹੜੇ ਸੰਵਿਧਾਨ ਦੇ ਜਿਹੜਾ ਹੈਗਾ ਇੱਕ ਨੋਵਲ ਫੀਚਰ ਹੈਗਾ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪੋਲਿਸੀ। ਕਿਵੇਂ ਹੈਗਾ ਐਜ਼ ਡਾਇਰੈਕਟਿਵ ਪ੍ਰਿੰਸੀਪਲਸ ਆਰ ਮੈਂਟ ਫॉर ਦ ਪ੍ਰਮੋਟਿੰਗ ਦ ਆਈਡੀਅਲ ਆਫ ਸੋਸ਼ਲ ਐਂਡ ਇਕਨੋਮਿਕ ਡੈਮੋਕ੍ਰੇਸੀ। ਹੁਣ ਇਹ ਕਿਉਂ ਹੈਗੇ ਨੋਵਲ ਹੈਗੇ ਨੇ ਕਿਉਂਕਿ ਇਹਨਾਂ ਨੂੰ ਲਿਆਂਦਾ ਗਿਆ ਕਿਸ ਕਰਕੇ ਲਿਆਂਦਾ ਗਿਆ ਸੋਸ਼ਲ ਅਤੇ ਇਕਨੋਮਿਕ ਡੈਮੋਕ੍ਰੇਸੀ ਨੂੰ ਅਪ ਕਰਨ ਵਾਸਤੇ, ਉਹਨਾਂ ਨੂੰ ਕੀ ਜਿਹੜਾ ਹੈਗਾ ਉਤਸ਼ਾਹ ਦੇਣ ਵਾਸਤੇ ਕਿ ਇਹਨਾਂ ਨੂੰ ਕੀ ਜਿਹੜਾ ਹੈਗਾ ਇਨਵੋਲਵ ਕੀਤਾ ਗਿਆ। ਅਤੇ ਇੱਕ ਹੋਰ ਗੱਲ ਕੀਤੀ ਗਈ ਇਹਨਾਂ ਨੂੰ ਕੀ ਹੈਗਾ ਹਦਾਇਤਾਂ ਦਿੱਤੀਆਂ ਗਈਆਂ ਨੇ ਸੰਸਦ ਨੂੰ ਕਿ ਜਦੋਂ ਵੀ ਤੁਸੀਂ ਕਾਨੂੰਨ ਬਣਾਓਗੇ ਤਾਂ ਤੁਸੀਂ ਕੀ ਹੈ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪੋਲਿਸੀ ਨੂੰ ਨਜ਼ਰ ਦੇ ਵਿੱਚ ਰੱਖਦੇ ਹੋਏ ਕੀ ਹੈ ਕਾਨੂੰਨ ਬਣਾਓਗੇ। ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪੋਲਿਸੀ ਆਰ ਸੀਕ ਟੂ ਐਸਟੈਬਲਿਸ਼ ਅ ਵੈਲਫੇਅਰਿਕ ਸਟੇਟ ਇਨ ਇੰਡੀਆ। ਉਹ ਆਪਾਂ ਗੱਲ ਕਰ ਰਹੀ ਹੈ ਕਿ ਜਿਹੜਾ ਹੈਗਾ ਵੈਲਫੇਅਰਿਕ ਇੱਕ ਸੱਭਿਅਕ ਜਿਹੜੇ ਹੈਗਾ ਰਾਜ ਬਣਾਉਣ ਦੇ ਵਿੱਚ ਜਿਹੜੇ ਹੈਗਾ ਹੈਲਪਫੁਲ ਹੈਗੇ ਨੇ ਅਤੇ ਇਸ ਕਰਕੇ ਇਹਨਾਂ ਨੂੰ ਐਸਟੈਬਲਿਸ਼ ਕੀਤਾ ਗਿਆ। ਇੱਕ ਸੱਭਿਅਕ ਰਾਜ ਬਣਾਉਣ ਵਾਸਤੇ ਕੀ ਹੈ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪੋਲਿਸੀ ਕੀ ਹੈਲਪਫੁਲ ਹੈਗੇ ਨੇ। ਦੇ ਆਰ ਨੋਨ ਜਸਟਿਸੇਬਲ ਇਨ ਨੇਚਰ ਦੈਟ ਇਜ਼ ਨੋਟ ਐਨਫੋਰਸਿਬਲ ਬਾਏ ਦ ਕੋਰਟ ਫॉर देयर वायलेशन।
ਜੇਕਰ ਇਹਨਾਂ ਦਾ ਵਾਇਓਲੇਸ਼ਨ ਹੁੰਦਾ ਤਾਂ ਮਤਲਬ ਕਿ ਇਹਨਾਂ ਦੀ ਉਲੰਘਣਾ ਹੁੰਦੀ ਹੈ ਤਾਂ ਕੀ ਹੈ ਇਹਨਾਂ ਨੂੰ ਕੀ ਕੋਰਟ ਦੇ ਵਿੱਚ ਜਾ ਕੇ ਇਹਨਾਂ ਕੀ ਜਿਹੜਾ ਹੈਗਾ ਆਪਾਂ ਕੀ ਜਸਟਿਸ ਨਹੀਂ ਲੈ ਸਕਦੇ, ਇਹ ਕੀ ਨੋਨ ਜਸਟਿਸੇਬਲ ਹੈਗੇ ਨੇ। ਜਿਵੇਂ ਆਪਾਂ ਕੀ ਆ ਉਹਦੇ 'ਚ ਗੱਲ ਕੀਤੀ ਸੀ ਨਾ ਫੰਡਾਮੈਂਟਲ ਰਾਈਟਸ ਦੇ ਵਿੱਚ, ਉਹ ਜਸਟਿਸੇਬਲ ਹੈਗੇ ਨੇ, ਇਹ ਕੀ ਨੋਨ ਜਸਟਿਸੇਬਲ ਹੈਗੇ ਨੇ। ਸੋ ਆਈ ਹੋਪ ਗਾਈਜ਼ ਤੁਹਾਨੂੰ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਦੇ ਫੀਚਰ ਪਤਾ ਲੱਗ ਗਿਆ ਹੋਏਗਾ ਆਪਣੇ ਸੇਲੀਅਨ ਫੀਚਰ ਦੇ ਵਿੱਚ। ਅੱਗੇ ਗੱਲ ਕਰਦੇ ਆਪਣਾ ਜਿਹੜਾ 10th ਜਿਹੜਾ ਹੈਗਾ ਫੀਚਰ ਹੈਗਾ ਸੇਲੀਅਨ ਫੀਚਰ ਹੈਗਾ, ਉਹਦੇ ਬਾਰੇ ਗੱਲ ਕਰਦੇ ਹਾਂ। ਤਾਂ ਉਹ ਕੀ ਗੱਲ ਕਰਦਾ ਹੈਗਾ ਜਿਹੜਾ 10th ਫੀਚਰ ਹੈਗਾ ਉਹ ਹੈਗਾ ਫੰਡਾਮੈਂਟਲ ਡਿਊਟੀਜ਼। ਤਾਂ ਫੰਡਾਮੈਂਟਲ ਡਿਊਟੀਜ਼ ਜਿਹੜੇ ਹੈਗੇ ਨੇ ਉਹ ਓਰੀਜਨਲ ਕਨਸਟੀਟਿਊਸ਼ਨ ਮਤਲਬ ਕਿ ਸ਼ੁਰੂਆਤ ਦੀ ਜਿਹੜਾ ਹੈਗਾ ਆਪਣਾ ਸੰਵਿਧਾਨ ਹੈਗਾ ਸੀ ਉਹਦੇ ਵਿੱਚ ਨਹੀਂ ਹੈਗੀ ਸੀ। ਦ ਓਰੀਜਨਲ ਕਨਸਟੀਟਿਊਸ਼ਨ ਡਿਡ ਨੋਟ ਪ੍ਰੋਵਾਈਡ ਫॉर ਦ ਫੰਡਾਮੈਂਟਲ ਡਿਊਟੀਜ਼ ਆਫ ਦ ਸਿਟੀਜ਼ਨਸ। ਹੁਣ ਕੀ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਕੀ ਹੈ ਫੰਡਾਮੈਂਟਲ ਡਿਊਟੀਜ਼ ਜਿਹੜੀਆਂ ਨੇ ਓਰੀਜਨਲ ਕਨਸਟੀਟਿਊਸ਼ਨ ਨਹੀਂ ਪ੍ਰੋਵਾਈਡ ਕਰਦਾ ਸੀ। ਫੰਡਾਮੈਂਟਲ ਡਿਊਟੀਜ਼ ਆਰ ਐਡਡ ਡਿਊਰਿੰਗ ਦ ਆਪਰੇਸ਼ਨ ਇੰਟਰਨਲ ਐਮਰਜੈਂਸੀ, ਜਦੋਂ ਕਿ ਆਪਣੀ ਅੰਦਰੂਨੀ ਇੰਟਰਨਲ ਐਮਰਜੈਂਸੀ ਲੱਗੀ ਸੀ 1975 ਅਤੇ 1977 ਦੇ ਵਿੱਚ, ਉਦੋਂ ਕੀ ਇਹਨਾਂ ਨੂੰ ਐਡ ਆਨ ਕੀਤਾ ਗਿਆ ਬਾਈ 42nd ਅਮੈਂਡਮੈਂਟ ਐਕਟ 1976 ਔਨ ਦ ਰੈਕਮੈਂਡੇਸ਼ਨ ਆਫ ਸਰਦਾਰ ਸਵਰਨ ਸਿੰਘ ਕਮੇਟੀ। ਠੀਕ ਹੈ, ਹੁਣ ਕੀ ਸਰਦਾਰ ਸਵਰਨ ਸਿੰਘ ਕਮੇਟੀ ਦੀ ਰੈਕਮੈਂਡੇਸ਼ਨ ਤੇ 42ਵੀਂ ਸੋਧ 1976 ਦੇ ਵਿੱਚ ਕੀ ਹੈ ਫੰਡਾਮੈਂਟਲ ਡਿਊਟੀਜ਼ ਨੂੰ ਆਪਣੇ ਜਿਹੜੇ ਹੈਗੇ ਫੰਡਾਮੈਂਟਲ ਡਿਊਟੀਜ਼ ਜਿਹਨੂੰ ਆਪਾਂ ਕਹਿ ਦਈਏ ਮੌਲਿਕ ਕਰਤੱਵ ਜਿਹੜੇ ਹੈਗੇ ਨੇ ਆਪਣੇ ਮੌਲਿਕ ਕਰਤੱਵ ਹੈਗੇ ਨੇ ਉਹਨਾਂ ਨੂੰ ਕੀ ਜਿਹੜਾ ਹੈਗਾ ਇਨਵੋਲਵ ਕੀਤਾ ਗਿਆ ਆਪਣੇ ਸੰਵਿਧਾਨ ਦੇ ਵਿੱਚ। ਦ 86th ਕੰਸਟੀਟਿਊਸ਼ਨਲ ਅਮੈਂਡਮੈਂਟ ਐਕਟ ਐਡਡ ਵਨ ਮੋਰ ਫੰਡਾਮੈਂਟਲ ਡਿਊਟੀ। ਤਾਂ ਸ਼ੁਰੂਆਤ ਦੇ ਵਿੱਚ ਜਿਹੜੇ ਹੈਗੇ ਸੀ 10 ਹੈਗੇ ਸੀ ਫੰਡਾਮੈਂਟਲ ਡਿਊਟੀਜ਼ ਹੈਗੇ ਸੀ। 2002 ਦੇ ਵਿੱਚ 86ਵੀਂ ਸੋਧ ਦੇ ਦੁਆਰਾ ਕੀ ਹੈ ਇੱਕ ਹੋਰ 11ਵੀਂ ਫੰਡਾਮੈਂਟਲ ਡਿਊਟੀ ਨੂੰ ਜਿਹੜਾ ਹੈਗਾ ਆਪਣੇ ਸੰਵਿਧਾਨ ਦੇ ਵਿੱਚ ਇਨਵੋਲਵ ਕੀਤਾ ਗਿਆ, ਉਹਨੂੰ ਕੀ ਸ਼ਾਮਿਲ ਕੀਤਾ ਗਿਆ। ਅੱਗੇ ਗੱਲ ਕਰਦੇ ਹਾਂ ਪਾਰਟ 4A ਆਫ ਦ ਕੰਸਟੀਟਿਊਸ਼ਨ ਵਿਚ ਕੰਸਿਸਟ ਆਫ only article 51A specifies the 11 fundamental duties। ਤੇ ਇਹਦੇ ਬਾਰੇ ਆਪਾਂ ਗੱਲ ਕਰ ਹੀ ਲਈ, ਜਿਹੜੀ 86ਵੀਂ ਜਿਹੜੀ ਹੈਗੀ ਨਾ ਉਹ 11th ਹੈਗੀ ਹੈ। ਉਹਨੀ ਜਿਹੜੇ ਫੰਡਾਮੈਂਟਲ ਡਿਊਟੀਜ਼ ਹੈਗੇ ਨੇ ਇਹਨਾਂ ਬਾਰੇ ਆਪਾਂ ਐਗਜ਼ਾਮਪਲ ਦੇ ਤੌਰ 'ਤੇ ਸਮਝ ਲੈਂਦੇ ਵੀ ਕੀ ਇਹਨਾਂ ਵਿੱਚ ਗੱਲ ਕੀਤੀ ਗਈ। ਟੂ ਰਿਸਪੈਕਟ ਦ ਕੰਸਟੀਟਿਊਸ਼ਨ, ਆਪਣੇ ਸੰਵਿਧਾਨ ਨੂੰ ਕੀ ਜਿਹੜੀ ਕਿ ਇੱਜ਼ਤ ਦੇਣੀ, ਨੈਸ਼ਨਲ ਫਲੈਗ ਨੂੰ ਇੱਜ਼ਤ ਦੇਣੀ, ਨੈਸ਼ਨਲ ਐਂਥਮ ਨੂੰ ਆਪਾਂ ਕੀ ਉਹਨਾਂ ਦਾ ਸਤਿਕਾਰ ਕਰਨਾ, ਪ੍ਰੋਟੈਕਟ ਦ ਸੋਵਰਨਿਟੀ ਯੂਨਿਟੀ ਐਂਡ ਇੰਟੀਗ੍ਰਿਟੀ ਆਫ ਦ ਕੰਟਰੀ। ਹੁਣ ਕਿ ਆਪਣੇ ਦੇਸ਼ ਦੀ ਜਿਹੜੀ ਹੈਗੀ ਸੋਵਰਨਿਟੀ ਅਤੇ ਯੂਨਿਟੀ ਏਕਤਾ ਨੂੰ ਅਤੇ ਇੰਟੀਗ੍ਰਿਟੀ ਨੂੰ ਭਾਈਚਾਰੇ ਨੂੰ ਕਿ ਇਹਨਾਂ ਨੂੰ ਕਿ ਸਾਰਿਆਂ ਨੂੰ ਆਪਾਂ ਕੀ ਇੱਕ ਬਣਾ ਕੇ ਰੱਖਣਾ, ਠੀਕ ਹੈ, ਤਾਂ ਉਹਨੂੰ ਪ੍ਰਮੋਟ ਕਰਨਾ ਹੈ। ਫੰਡਾਮੈਂਟਲ ਡਿਊਟੀਜ਼ ਆਰ ਆਲਸੋ ਨੋਨ ਜਸਟਿਸੇਬਲ ਇਨ ਨੇਚਰ। ਅਤੇ ਆਪਾਂ ਪਹਿਲਾਂ ਵੀ ਗੱਲ ਕਰ ਹੀ ਲਈ ਹੈ ਵੀ ਨੋਨ ਜਸਟਿਸੇਬਲ ਦਾ ਮਤਲਬ ਕੀ ਹੈਗਾ। ਨੋਨ ਜਸਟਿਸੇਬਲ ਉਹ ਹੁੰਦੇ ਨੇ ਜਿੱਥੇ ਕਿ ਆਪਾਂ ਨੂੰ ਕਿ ਨਿਆਂ ਨਾ ਦਿੱਤਾ ਜਾ ਸਕਦੇ, ਉਹਨਾਂ ਦੀ ਉਲੰਘਣਾ ਹੋ ਰਹੀ ਹੋਵੇ ਤਾਂ ਵੀ ਆਪਾਂ ਕੀ ਹੁੰਦੇ ਉਹਨਾਂ 'ਤੇ ਨਿਆਂ ਨਹੀਂ ਪ੍ਰਾਪਤ ਕਰ ਸਕਦੇ। ਸੋ ਆਈ ਹੋਪ ਗਾਈਜ਼ ਤੁਹਾਨੂੰ ਇੰਨੇ ਸਮਝ ਲੱਗ ਹੋਏਗਾ। ਤਾਂ ਅੱਜ ਆਪਾਂ ਕੀਤੇ ਨੇ 5 ਜਿਹੜੇ ਹੈਗੇ ਨੇ ਫੀਚਰਸ ਕੀਤੇ ਨੇ, ਬਾਕੀ ਜਿਹੜੇ ਰਹਿ ਗਏ ਆਪਾਂ ਇੱਕ ਹੋਰ ਕਲਾਸ ਲੈਵਾਂਗੇ, ਉਹਦੇ ਵਿੱਚ ਆਪਾਂ ਜਿਹੜੇ ਹੈਗੇ ਸਾਰੇ ਫੀਚਰਸ ਜਿਹੜੇ ਹੈਗੇ ਸਮ ਅਪ ਕਰ ਦਾਂਗੇ, ਉਹ ਥੋੜ੍ਹੇ ਹੀ ਰਹਿ ਗਏ ਨੇ। ਸੋ ਆਈ ਹੋਪ ਗਾਈਜ਼ ਤੁਹਾਨੂੰ ਇਹਨਾਂ ਸਮਝ ਲੱਗ ਗਿਆ ਹੋਏਗਾ। ਜੇਕਰ ਕਿਸੇ ਤਰ੍ਹਾਂ ਦਾ ਕੋਈ ਵੀ ਡਾਊਟ ਹੋਏ ਤਾਂ ਪਲੀਜ਼ ਤੁਸੀਂ ਜਿਹੜਾ ਹੈਗਾ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਜਿਹੜਾ ਹੈਗਾ ਤੁਸੀਂ ਦੱਸ ਸਕਦੇ। ਤੁਹਾਨੂੰ ਲੈਕਚਰ ਕਿੱਦਾਂ ਲੱਗਾ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੱਸਣਾ, ਲਾਈਕ ਕਰਨਾ ਅਤੇ ਸ਼ੇਅਰ ਕਰਨਾ। ਸੋ ਥੈਂਕ ਯੂ ਸੋ ਮਚ guys, please subscribe my channel Mr. Singh Education। Thank you guys।